ਪਵਿੱਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵਡਭਾਗੀ ਹੋ, ਜੋ ਜਾਣਦੇ ਹੋ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ, ਕਿਉਂਕਿ ਸਾਧ ਸੰਗਤ ਜੀ ਇਹ ਬਹੁਤ ਹੀ ਮਹਾਨ ਪਵਿੱਤਰ ਧਰਤੀ ਹੈ ਜਿਸ ਜਗ੍ਹਾ 'ਤੇ ਬਾਬਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਆਪ ਸਰਬੱਤ ਸੰਗਤਾਂ ਰੋਜ਼ਾਨਾ ਹੀ ਦਰਸ਼ਨ ਕਰਕੇ ਨਿਹਾਲ ਹੁੰਦੇ ਹੋ। ਐਸੇ ਮਹਾਨ ਪਾਵਨ ਸਥਾਨ 'ਤੇ ਗੁਰੂ ਕੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਹੀ ਜੋ ਸ਼ੁੱਧ ਪਾਠ ਬੋਧ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਗੁਰਬਾਣੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇੱਕ ਸੰਗਤਾਂ ਦੇ ਵੱਲੋਂ ਜਿਹੜਾ ਉਹ ਪਰਚੀ ਆਈ ਹੈ ਪਾਠ ਬਾਰੇ ਪੁੱਛਿਆ ਗਿਆ, ਮੈਂ ਪਹਿਲਾਂ ਉਹਦਾ ਜ਼ਿਕਰ ਕਰ ਦੇਵਾਂ। ਸੱਸਾ ਚਰਨ ਦੇ ਵਿੱਚ ਵਾਹਵਾ ਔਰ ਰਾਰਾ ਤੇ ਗੱਗੇ ਨੂੰ ਟਿੱਪੀ। ਸੋ ਇਸ ਪ੍ਰਕਾਰ ਜੋ ਪਾਠ ਪੁੱਛਿਆ ਗਿਆ ਹੈ ਵੀ ਇਸ ਦਾ ਉਚਾਰਨ ਕਿਵੇਂ ਕਰਨਾ ਹੈ। ਸੋ ਸੱਸੇ ਨੂੰ ਔਂਕੜ ਔਰ ਅੱਗੇ ਐੜਾ ਰਾਰਾ ਗੱਗੇ ਨੂੰ ਟਿੱਪੀ ਸਵਰਗੰ। ਸੋ ਇਸ ਪ੍ਰਕਾਰ ਇਹਦਾ ਜਿਹੜਾ ਉਚਾਰਨ ਕੀਤਾ ਜਾਵੇਗਾ। ਸੋ ਅੱਜ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ 'ਤੇ ਜੁੜ ਕੇ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਇਹ ਸਰਬੱਤ ਸੰਗਤਾਂ ਦੇ ਬੜੇ ਵੱਡੇ ਭਾਗ ਹਨ। ਸੋ ਸਾਧ ਸੰਗਤ ਜੀ, ਅੱਜ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ, ਜਿਨ੍ਹਾਂ ਦੀ ਕੁਝ ਵਿਚਾਰ ਪਹਿਲਾਂ ਵੀ ਆਪਾਂ ਸਰਵਣ ਕੀਤੀ ਸੀ ਔਰ ਸਲੋਕਾਂ ਦਾ ਪਾਠ ਵੀ ਸਰਵਣ ਕੀਤਾ ਹੈ। ਔਰ ਬਾਬਾ ਫਰੀਦ ਸਾਹਿਬ ਜੀ ਦਾ ਮਹਾਨ ਪਵਿੱਤਰ ਹੀ ਜੀਵਨ ਹੈ ਵੀ 48 ਸਾਲ ਉਹਨਾਂ ਨੇ ਸਾਧ ਸੰਗਤ ਦੀ ਬੰਦਗੀ ਕੀਤੀ ਹੈ। ਸੋ ਜਿਵੇਂ ਪਹਿਲਾਂ ਆਪ ਸਰਬੱਤ ਸੰਗਤਾਂ ਦੇ ਨਾਲ ਵੇਖੋ, ਥੋੜ੍ਹਾ ਧਿਆਨ ਦਿਓ ਕੀ ਹੋਇਆ ਉੱਥੇ, ਚੁੰਨੀ ਆ ਗਈ ਵਿੱਚ ਪੱਖੇ ਦੀ। ਚਲੋ ਕੋਈ ਨਹੀਂ। ਬਾਬਾ ਫਰੀਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜੀਵਨ ਮਹਾਂਪੁਰਖਾਂ ਦੇ ਵੱਲੋਂ ਸੰਪਰਦਾ ਦੇ ਵਿੱਚ ਇਸ ਪ੍ਰਕਾਰ ਸਰਵਣ ਕਰਾਇਆ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ, ਜਿਨ੍ਹਾਂ ਦਾ ਸਾਧ ਸੰਗਤ ਦੀ ਪਹਿਲਾ ਜਨਮ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕੁਰੈਸ਼ੀਆ ਖਾਨਦਾਨ ਦੇ ਵਿੱਚ ਹੋਇਆ, ਜਿਹੜਾ ਖਾਨਦਾਨ ਪੈਗੰਬਰਾਂ ਦੇ ਵੱਲੋਂ ਨਿਵਾਜਿਆ ਹੈ, ਜਿਸ ਖਾਨਦਾਨ ਦੇ ਵਿੱਚ ਮੁਹੰਮਦ ਸਾਹਿਬ ਜੀ ਵੀ ਇਸੇ ਵੰਸ਼ ਦੇ ਵਿੱਚ ਹੋਏ ਨੇ। ਸੋ ਜਿਵੇਂ ਪਹਿਲਾਂ ਬਚਨ ਕੀਤੇ ਸਨ ਕਿ ਜਦੋਂ ਬਾਬਾ ਫਰੀਦ ਸਾਹਿਬ ਜੀ ਸਾਰਾ ਜਨਮ ਸਾਧ ਸੰਗਤ ਜੀ ਤਪ ਕਰਦਿਆਂ ਬਤੀਤ ਹੋਇਆ ਅਤੇ ਜੀਵਨ ਦੇ ਅਖੀਰਲੇ ਸਮੇਂ ਰਾਤ ਦੇ ਸਮੇਂ ਜਦੋਂ
ਤਪ ਕਰ ਰਹੇ ਸਨ, ਭਗਤੀ ਕਰ ਰਹੇ ਸਨ। ਕੁਝ ਚੋਰ ਚੱਲ ਕਰਕੇ ਆਏ ਔਰ ਉਹਨਾਂ ਨੇ ਸੁਖਣਾ ਸੁਖੀ ਸੀ ਵੀ ਜੇ ਕਰਕੇ ਚੰਗਾ ਮਾਲ ਧਨ ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਤੁਹਾਡਾ ਹਿੱਸਾ ਕੱਢ ਕੇ ਜਾਵਾਂਗੇ। ਤਾਂ ਇਸ ਪ੍ਰਕਾਰ ਕਹਿੰਦੇ ਚੋਰਾਂ ਨੇ ਜਾ ਕੇ ਕਿਸੇ ਸ਼ਾਹੂਕਾਰ ਦੇ ਘਰ ਦੇ ਵਿੱਚ ਚੋਰੀ ਕੀਤੀ। ਉੱਥੇ ਘਰ ਦੇ ਵਿੱਚ ਕੋਈ ਹੈ ਨਹੀਂ ਸੀ, ਤਾਂ ਬਹੁਤਾ ਹੀ ਧਨ ਪਦਾਰਥ ਉਹਨਾਂ ਨੂੰ ਜਿਹੜਾ ਉਹ ਮਿਲਿਆ, ਪ੍ਰਾਪਤ ਹੋਇਆ। ਇਸ ਪ੍ਰਕਾਰ ਵਾਪਸ ਆਉਂਦਿਆਂ ਕਹਿੰਦੇ ਉਹਨਾਂ ਨੇ ਕੁਝ ਮਿੱਠੇ ਪਦਾਰਥ ਵੀ ਬੰਨੇ ਸਨ। ਦਿਨ ਦਾ ਚੜ੍ਹਾਅ ਹੋਣ ਵਾਲਾ, ਛੇਤੀ ਛੇਤੀ ਤੁਰੇ ਆ ਰਹੇ ਨੇ। ਔਰ ਆਉਂਦਿਆਂ ਸਾਧ ਸੰਗਤ ਜੀ ਇਸ ਪ੍ਰਕਾਰ ਕੁਝ ਮਿੱਠੇ ਪਦਾਰਥ ਵਾਲੀ ਜਿਹੜੀ ਗੰਢ ਬੰਨੀ ਹੋਈ ਸੀ ਉਹ ਭਗਤੀ ਕਰਦਿਆਂ ਬਾਬਾ ਫਰੀਦ ਜੀ ਦੇ ਅੱਗੇ ਰੱਖ ਦਿੱਤੀ। ਔਰ ਕੁਝ ਮਿੱਠਾ ਪਦਾਰਥ ਜਦੋਂ ਉਹਨਾਂ ਨੇ ਛਕਿਆ ਤਾਂ ਮਨ ਦੇ ਅੰਦਰ ਇੰਨਾ ਵਿਚਾਰ ਆਇਆ ਵੀ ਚੋਰੀ ਕਰਨੀ ਚੰਗੀ ਹੁੰਦੀ ਹੋਵੇਗੀ, ਮਿੱਠੇ ਪਦਾਰਥ ਛਕਣ ਵਾਸਤੇ ਮਿਲਦੇ ਨੇ। ਤਾਂ ਕਹਿੰਦੇ ਉਮਰ ਪੂਰੀ ਹੋ ਗਈ। ਇਸ ਪ੍ਰਕਾਰ ਸਾਧ ਸੰਗਤ ਜੀ ਤਪ ਦੇ ਬਲ ਕਰਕੇ ਅਗਲਾ ਜਨਮ ਫੇਰ ਬਾਬਾ ਫਰੀਦ ਸਾਹਿਬ ਜੀ ਨੂੰ ਜਿਹੜਾ ਮਨੁੱਖਾ ਪ੍ਰਾਪਤ ਹੋਇਆ। ਤਾਂ ਕਹਿਣ ਲੱਗੇ ਪਿਤਾ ਜਲਾਲੂਦੀਨ, ਮਾਤਾ ਮਰੀਅਮ ਜੀ ਦੇ ਗ੍ਰਹਿ ਵਿਖੇ ਬਾਬਾ ਫਰੀਦ ਜੀ ਮਲਤਾਨ ਜ਼ਿਲ੍ਹੇ ਦੇ ਅੰਦਰ ਜੋ ਫਿਰ ਆਏ ਨੇ, ਜਦੋਂ ਜਨਮ ਧਾਰਨ ਕਰਕੇ ਆਏ ਹਨ ਤਾਂ ਕੁਝ ਵੱਡੇ ਹੋਏ ਨੇ। ਮਾਤਾ ਜੀ ਨੇ ਬਚਪਨ ਦੇ ਵਿੱਚ ਹੀ ਬਾਬਾ ਫਰੀਦ ਜੀ ਨੂੰ ਇਸ ਪ੍ਰਕਾਰ ਸਾਧ ਸੰਗਤ ਜੀ ਸ਼ੱਕਰ ਦਾ ਲਾਲਚ ਦੇ ਕੇ 5 ਵਕਤ ਦਾ ਨਮਾਜ਼ੀ ਬਣਾਇਆ। ਖੁਦਾ ਦੀ ਬੰਦਗੀ ਕਰਦੇ ਗਏ। ਜਦੋਂ ਕੁਝ ਵੱਡੇ ਹੋਏ ਤਾਂ ਜਿਵੇਂ ਇੱਥੇ ਕੁਝ ਵਿਚਾਰ ਧਿਆਨ ਦੇ ਨਾਲ ਸਮਝਣ ਵਾਲੀ ਹੈ ਵੀ ਫੇਰ ਬਾਬਾ ਫਰੀਦ ਸਾਹਿਬ ਜੀ ਦਾ ਚੋਰਾਂ ਦੇ ਨਾਲ ਸਾਧ ਸੰਗਤ ਦੀ ਮਿਲਾਪ ਹੁੰਦਾ ਹੈ। ਜਦੋਂ ਕੁਝ ਵੱਡੇ ਹੋਏ ਕਹਿਣ ਲੱਗੇ ਘਰ ਦੇ ਵਿੱਚ ਗਰੀਬੀ ਆਈ। ਜਦੋਂ ਦਿਨ ਬਦਲੇ ਤਾਂ ਫਰੀਦ ਜੀ ਦੀ ਪਤਨੀ ਨੇ ਆਖਿਆ ਵੀ ਤੁਸੀਂ ਕੋਈ ਕਿਰਤ ਕਰੋ, ਕੰਮ ਕਰੋ, ਕਿਉਂਕਿ ਘਰ ਦੇ ਵਿੱਚ ਛਕਣ ਵਾਸਤੇ ਕੋਈ ਪਦਾਰਥ ਨਹੀਂ ਗੇ। ਤਾਂ ਉਸ ਵਕਤ ਬਾਬਾ ਫਰੀਦ ਜੀ ਨੇ ਕਹਿ ਦੇਣਾ ਵੀ ਖੁਦਾ ਦੇਵੇਗਾ, ਆਪ ਭਗਤੀ ਕਰਦੇ ਰਹਿਣਾ, ਬੰਦਗੀ ਕਰਦੇ ਰਹਿਣਾ, ਇੱਦਾਂ ਟਾਲ ਟੂਲ ਕੇ ਦੇ ਸਮਾਂ ਲੰਘਾ ਦੇਣਾ। ਕਹਿਣ ਲੱਗੇ ਇੱਕ ਦਿਨ ਸਾਧ ਸੰਗਤ ਜੀ ਬਾਬਾ ਫਰੀਦ ਜੀ ਘਰ ਤੋਂ ਬਾਹਰ ਗਏ ਤੇ ਅੱਗੇ ਚੋਰ ਜਿਹੜੇ ਸਨ ਉਹਨਾਂ ਦਾ ਟੋਲਾ ਮਿਲਿਆ। ਉਹ ਕਿਤੇ ਚੋਰੀ ਕਰਨ ਵਾਸਤੇ ਜਾ ਰਹੇ ਨੇ। ਤਾਂ ਫਰੀਦ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਐਵੇਂ ਵਿਹਲੇ ਘੁੰਮਦੇ ਰਹਿੰਦੇ ਹੋ, ਸਾਡੇ ਨਾਲ ਚੱਲੋ, ਆਪਾਂ ਜਾਣਾ ਦੂਰ ਚੋਰੀ ਕਰਨ ਤੇ ਸਾਡੇ ਨਾਲ ਹੀ ਚੱਲੋ। ਆਹ ਥੋੜ੍ਹੀਆਂ ਜਿਹੀਆਂ ਇੱਧਰ ਗੱਲਾਂ ਦੀ ਆਵਾਜ਼ ਬੜੀ ਆ ਰਹੀ, ਫਿਰ ਮੈਂ ਚੁੱਪ ਕਰ ਜਾਂਦਾ, ਤੁਸੀਂ ਸੁਣਾ ਲਓ। ਥੋੜ੍ਹਾ ਜਿਹਾ ਕਾਗਰਤਾ ਬਖਸ਼ੋ, ਇਸ ਵੇਲੇ ਸੁਸਤੀ ਤੇ ਉੱਦਾਂ ਹੀ ਵਾਹਵਾ ਪੈਣ ਲੱਗ ਪੈਂਦੀ ਆ। ਸੋ ਇਸ ਪ੍ਰਕਾਰ ਬਾਬਾ ਫਰੀਦ ਜੀ ਮਹਾਰਾਜ ਜੀ ਨੂੰ ਚੋਰ ਕਹਿਣ ਲੱਗੇ ਵੀ ਤੁਸੀਂ ਸਾਡੇ ਨਾਲ ਚੱਲੋ। ਤਾਂ ਸਾਧ ਸੰਗਤ ਜੀ ਬਾਬਾ ਫਰੀਦ ਜੀ ਵੀ ਨਾਲ ਹੀ ਚੱਲ ਪਏ। ਕਹਿਣ ਲੱਗੇ ਜਾ ਰਹੇ ਨੇ ਚੋਰਾਂ ਦੇ ਟੋਲੇ ਦੇ ਨਾਲ, ਤਾਂ ਰਸਤੇ ਦੇ ਵਿੱਚ ਇੱਕ ਦਾਣਿਆਂ ਦਾ ਬੋਲ ਆਇਆ। ਤਾਂ ਸੋਚਦੇ ਨੇ ਸਾਰੇ, ਕਹਿਣ ਲੱਗੇ ਵੀ ਆਪਾਂ ਦੂਰ ਜਾਣਾ ਹੈ, ਇਸ ਵਾਸਤੇ ਇਹ ਜਿਹੜੇ ਦਾਣੇ ਪਏ ਨੇ ਖੇਤਾਂ ਦੇ ਵਿੱਚ ਪੰਡਾਂ ਬੰਨ੍ਹ ਕੇ ਆਪਾਂ ਘਰਾਂ ਦੇ ਵਿੱਚ ਛੱਡ ਜਾਂਦੇ ਹਾਂ। ਬੱਚੇ ਇਹ ਖਾਣਗੇ, 4 ਦਿਨ ਜਿਹੜੇ ਉਹ ਚੰਗੇ ਨਿਕਲ ਜਾਣਗੇ। ਤਾਂ ਕਹਿਣ ਲੱਗੇ ਸਾਧ ਸੰਗਤ ਜੀ ਸਾਰਿਆਂ ਨੇ ਪੰਡਾਂ ਬੰਨ੍ਹ ਲਈਆਂ ਆਪੋ ਆਪਣੀਆਂ। ਬਾਬਾ ਫਰੀਦ ਜੀ ਸਰੀਰ ਕਰਕੇ ਜਵਾਨ ਸਨ। ਤਾਂ ਕਹਿਣ ਲੱਗੇ ਭਾਈ ਤੁਸੀਂ ਆਪਣੀਆਂ ਪੰਡਾਂ ਬੰਨ੍ਹ ਲਓ, ਮੈਂ ਆਪਣੀ ਪੰਡ ਆਪੇ ਚੁੱਕ ਲਵਾਂਗਾ। ਕਹਿਣ ਲੱਗੇ ਜਦੋਂ ਸਾਧ ਸੰਗਤ ਜੀ ਇਸ ਪ੍ਰਕਾਰ ਸਾਰਿਆਂ ਨੇ ਆਪੋ ਆਪਣੀਆਂ ਪੰਡਾਂ ਜਿਹੜੀਆਂ ਬੰਨ੍ਹ ਲਈਆਂ ਉਹ ਸਿਰ 'ਤੇ ਚੁੱਕ ਕੇ ਤੁਰਨ ਲੱਗੇ ਹਨ। ਹੁਣ ਬਾਬਾ ਫਰੀਦ ਸਾਹਿਬ ਜੀ ਜਦੋਂ ਪੰਡ ਲੱਗੇ ਚੁੱਕਣ ਤਾਂ ਕਹਿਣ ਲੱਗੇ ਉੱਥੇ ਖੇਤ ਦੇ ਵਿੱਚ ਇੱਕ ਬਲਦ ਦਾ ਕਰੰਗ ਪਿਆ ਸੀ, ਬਲਦ ਦਾ ਪਿੰਜਰ। ਤਾਂ ਜਦੋਂ ਪੰਡ ਲੱਗੇ ਚੁੱਕਣ ਤਾਂ ਪਿੰਜਰ ਦੇ ਵਿੱਚੋਂ ਹੱਸਣ ਦੀ ਆਵਾਜ਼ ਆਈ। ਤਾਂ ਜਿਹੜੇ ਬਾਕੀ ਦੇ ਚੋਰ ਸਨ ਉਹਨਾਂ ਨੇ ਵੇਖਿਆ ਵੀ ਕੋਈ ਆ ਗਿਆ, ਉਹਦੇ ਪੰਡਾਂ ਸੁੱਟ ਕੇ ਉੱਥੋਂ ਤਿੱਤਰ ਹੋ ਗਏ, ਭੱਜ ਗਏ।
ਪਰ ਬਾਬਾ ਫਰੀਦ ਸਾਹਿਬ ਦੀ ਬੰਦਗੀ ਵਾਲੀ ਰੂਹ ਸੀ, ਵੇਖਿਆ ਵੀ ਇਹ ਆਵਾਜ਼ ਪਿੰਜਰ ਦੇ ਵਿੱਚੋਂ ਆ ਰਹੀ ਆ। ਕਹਿਣ ਲੱਗੇ, ਭਾਈ ਤੂੰ ਹੱਸ ਕਿਉਂ ਰਿਹਾ? ਤਾਂ ਉਹ ਬਲਦ ਦੇ ਪਿੰਜਰ ਨੇ ਕਿਹਾ ਵੀ ਜੇ ਮੈਂ ਦੱਸ ਦਿੱਤਾ ਵੀ ਮੈਂ ਕਿਉਂ ਹੱਸ ਰਿਹਾ, ਫਿਰ ਪੰਡ ਤੁਹਾਡੇ ਤੋਂ ਚੁੱਕੀ ਨਹੀਂ ਜਾਣੀ। ਤਾਂ ਤੁਸੀਂ ਕੀ ਲੈਣਾ ਮੈਨੂੰ ਪੁੱਛ ਕੇ, ਤੁਸੀਂ ਆਪਣੀ ਪੰਡ ਚੁੱਕੋ ਤੇ ਚੱਲਦੇ ਬਣੋ। ਤਾਂ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਹੁਣ ਪੰਡ ਮੈਂ ਚੁੱਕਣੀ ਨਹੀਂ, ਦੱਸ ਪਹਿਲਾਂ ਵੀ ਹੱਸਦਾ ਕਿਉਂ ਏ? ਤਾਂ ਉਸ ਵਕਤ ਫਿਰ ਸਾਧ ਸੰਗਤ ਜੀ, ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਫਿਰ ਕੰਧਾਂ ਵੀ ਉਪਦੇਸ਼ ਦਿੰਦੀਆਂ ਨੇ। ਅਤੇ ਉਹ ਬਲਦ ਦਾ ਜਿਹੜਾ ਪਿਆ ਹੋਇਆ ਕਰੰਗ ਸੀ ਪਿੰਜਰ, ਕਹਿਣ ਲੱਗਾ ਵੀ ਜੇ ਤੂੰ ਸੁਣਨੀ ਚਾਹੁੰਦਾ ਇਹਦੇ ਫਿਰ ਧਿਆਨ ਦੇ ਨਾਲ ਸੁਣ। ਕਹਿਣ ਲੱਗੇ, ਮੈਂ ਇਲਾਕੇ ਦਾ ਚੌਧਰੀ ਸੀ, ਤਾਂ ਜਿਸ ਜ਼ਿਮੀਂਦਾਰ ਦੇ ਖੇਤ ਦੇ ਵਿੱਚੋਂ ਤੁਸੀਂ ਦਾਣਿਆਂ ਦੀਆਂ ਪੰਡਾਂ ਭਰ ਕੇ ਖੜਨ ਲੱਗੇ ਹੋ, ਇਹ ਬੜਾ ਧਰਮੀ ਪੁਰਖ ਹੈ। ਇਹਨੇ ਆਪਣੇ ਜੀਵਨ ਦੇ ਵਿੱਚ ਕਹਿੰਦੇ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਕਿਸੇ ਨਾਲ ਕੋਈ ਛਲ ਫਰੇਬ ਨਹੀਂ ਕੀਤਾ, ਧਰਮ ਦੀ ਕਿਰਤ ਕੀਤੀ ਹੈ ਅਤੇ ਰੱਬ ਦਾ ਨਾਮ ਜਪਣ ਵਾਲਾ ਹੈ। ਤਾਂ ਕਹਿਣ ਲੱਗਾ ਵੀ ਮੈਂ ਉਹ ਬਲਦ ਦਾ ਪਿਆ ਹੋਇਆ ਪਿੰਜਰ ਕਰੰਗ ਦੱਸਦਾ, ਕਹਿੰਦਾ ਮੈਂ ਇਲਾਕੇ ਦਾ ਚੌਧਰੀ ਸੀ, ਘੋੜੀ 'ਤੇ ਚੜ੍ਹਿਆ ਆ ਰਿਹਾ ਸੀ। ਤਾਂ ਜਦੋਂ ਇਹਦੇ ਖੇਤ ਦੇ ਵਿੱਚ ਦੀ ਲੰਘਣ ਲੱਗਾ ਤਾਂ ਖੇਤ ਦੇ ਵਿੱਚੋਂ ਇੱਕ ਕਣਕ ਦਾ ਛੱਟਾ ਘੋੜੀ ਦੀ ਰਕਾਬ ਵਿੱਚ ਅੜ ਗਿਆ, ਅਤੇ ਉਹ ਘੋੜੀ ਦੀ ਰਕਾਬ ਵਿੱਚ ਅੜਿਆ ਜਾਣ ਕੇ ਇੱਕ ਜਿਹੜਾ ਛਿੱਟਾ ਸੀ ਨਾ ਉਹ ਤੋੜ ਲਿਆ, ਅਤੇ ਉਹਦੇ ਵਿੱਚੋਂ ਕਹਿੰਦੇ 12 ਦਾਣੇ ਕੱਢ ਕੇ ਮੈਂ ਖਾਧੇ ਹਨ, ਅਤੇ ਜਿਹੜਾ ਗੁਦਾ ਸੀ ਉਹ ਡਾਤ ਦਾ ਸੁੱਟ ਦਿੱਤਾ। ਅਤੇ ਕਹਿੰਦੇ 12 ਸਾਲ ਬਲਦ ਬਣ ਕੇ ਇਹਦੇ ਖੇਤਾਂ ਦੇ ਵਿੱਚ ਮੈਨੂੰ ਵਗਣਾ ਪਿਆ ਹੈ। ਤਾਂ ਅਜੇ ਤੱਕ ਮੇਰਾ ਲੇਖਾ ਨਹੀਂ ਮੁੱਕ ਰਿਹਾ ਵੀ ਮੈਂ ਇਹ ਪਿੰਜਰ ਬਣ ਕੇ ਖੇਤਾਂ ਦੀ ਰੱਖਿਆ ਕਰ ਰਿਹਾ ਹਾਂ। ਕਹਿੰਦੇ ਹੱਸ ਮੈਂ ਤਾਂ ਰਿਹਾ ਸੀ ਵੀ ਜਿਹੜੇ ਪੰਡਾਂ ਭੜ ਕੇ ਇੱਥੋਂ ਖੜਨਗੇ ਉਹਨਾਂ ਦਾ ਕੀ ਬਣੇਗਾ। ਤਾਂ ਇੱਦਾਂ ਫਿਰ ਸਾਧ ਸੰਗਤ ਜੀ ਜਦੋਂ ਉਪਦੇਸ਼ ਸੁਣਿਆ ਬਲਦ ਦੇ, ਉਹ ਪਿੰਜਰ ਦੇ ਵਿੱਚੋਂ ਆਵਾਜ਼ ਆਈ, ਫਿਰ ਮਨ ਦੇ ਉੱਪਰ ਬੜੀ ਚੋਟ ਵੱਜੀ, ਬੜਾ ਅਸਰ ਹੋਇਆ ਵੀ ਇਹ ਤਾਂ ਜਨਮ ਮਿਲਿਆ ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ, ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਪਰ ਇਹ ਕਿਹੜੀਆਂ ਬੇਈਮਾਨੀਆਂ, ਇਹ ਮਾੜੇ ਕੰਮਾਂ ਦੇ ਵਿੱਚ ਪੈ ਕੇ ਤਾਂ ਸਮੇਂ ਨੂੰ, ਜਨਮ ਨੂੰ ਖਰਾਬ ਲੱਗੇ ਸੀ ਕਰਨ। ਤਾਂ ਫਿਰ ਸਾਧ ਸੰਗਤ ਜੀ ਉਸ ਵਕਤ ਬਾਬਾ ਫਰੀਦ ਸਾਹਿਬ ਜੀ, ਕਿਉਂਕਿ ਜਿਹੜਾ ਪਿਛਲਾ ਜਨਮ ਚੋਰਾਂ ਦੀ ਸੰਗਤ ਹੋਈ ਅਤੇ ਉਹ ਵਿਚਾਰ ਮਨ ਦੇ ਵਿੱਚ ਆਇਆ ਸੀ ਵੀ ਚੋਰੀ ਕਰਨੀ ਚੰਗੀ ਹੁੰਦੀ ਹੋਵੇਗੀ, ਸੋ ਮਹਾਂਪੁਰਖਾਂ ਨੇ ਬਚਨ ਸੁਣਾਏ ਨੇ ਵੀ ਦੂਸਰੇ ਜਨਮ ਦੇ ਵਿੱਚ ਵੀ ਫਿਰ ਚੋਰਾਂ ਦੀ ਜਿਹੜੀ ਉਹ ਸੰਗਤ ਪ੍ਰਾਪਤ ਹੋਈ ਸੀ। ਪਰ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਬਲਦ ਦੇ ਕਰੰਗ ਦੇ ਵਿੱਚੋਂ, ਪਿੰਜਰ ਦੇ ਵਿੱਚੋਂ ਇਹ ਆਵਾਜ਼ ਸੁਣੀ, ਤਾਂ ਫਿਰ ਬੜੀ ਜਿਹੜੀ ਵੱਡੀ ਤਪ ਸਾਧਨਾ, ਕਠਿਨ ਸਾਧਨਾ ਬਾਬਾ ਫਰੀਦ ਸਾਹਿਬ ਜੀ ਨੇ ਕੀਤੀ ਹੈ। ਸੋ ਇਸ ਪ੍ਰਕਾਰ 48 ਸਾਲ ਦਾ ਲੰਮਾ ਸਮਾਂ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਜੀ ਤਪ ਕਰਦੇ ਰਹੇ। ਤਾਂ ਸਾਧ ਸੰਗਤ ਦੀ 12 ਸਾਲ ਜੰਗਲ ਦੇ ਵਿੱਚ ਰਹਿ ਕੇ ਪਹਿਲਾਂ ਤਪ ਕੀਤਾ, ਫਿਰ 12 ਸਾਲ ਲੱਕੜ ਦੀ ਜਿਹੜੀ ਰੋਟੀ ਸੀ ਕਾਠ ਦੀ ਗਲ ਦੇ ਵਿੱਚ ਪਾ ਕੇ ਉਹ ਬਾਬਾ ਫਰੀਦ ਸਾਹਿਬ ਜੀ ਨੇ ਤਪ ਕੀਤਾ। ਜਿਵੇਂ ਬਚਨ ਆਏ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਸੋ ਇਸ ਪ੍ਰਕਾਰ ਫਰੀਦਕੋਟ ਦਾ ਜਿਹੜਾ ਕਿਲ੍ਹਾ ਬਣਿਆ, ਤਾਂ ਉੱਥੇ ਬਾਬਾ ਫਰੀਦ ਸਾਹਿਬ ਜੀ ਨੇ ਚਰਨ ਪਾਏ ਸਨ। ਤਾਂ ਉਹ ਕਿਲ੍ਹੇ ਦੇ ਬਾਰ-ਬਾਰ ਬਾਬਾ ਫਰੀਦ ਸਾਹਿਬ ਜੀ ਦੀ ਯਾਦ ਦੇ ਵਿੱਚ ਕਹਿੰਦੇ ਕੁਝ ਸਮਾਂ ਪਹਿਲਾਂ ਜਿਹੜੀ ਕਾਠ ਦੀ ਲੱਕੜ ਦੀ ਰੋਟੀ ਜਿਹੜੀ ਉਹ ਟੰਗੀ ਹੁੰਦੀ ਸੀ, 12 ਸਾਲ ਸਬਰ ਸੰਤੋਖ ਨੂੰ ਧਾਰਨ ਕਰਕੇ ਫਿਰ ਬਾਬਾ ਫਰੀਦ ਸਾਹਿਬ ਜੀ ਨੇ ਤਪ ਕੀਤਾ। ਫਿਰ 12 ਸਾਲ ਖੂਹ ਦੇ ਵਿੱਚ ਪੁੱਠੇ ਲਟਕ ਕੇ ਤਪ ਕੀਤਾ। ਤਾਂ 36 ਸਾਲ ਦਾ ਸਮਾਂ ਜਦੋਂ ਸਾਧ ਸੰਗਤ ਜੀ ਤਪ ਕਰਦਿਆਂ ਬਤੀਤ ਹੋ ਗਿਆ, ਫਿਰ ਅੰਦਰੋਂ ਇੱਕ ਪੁਕਾਰ ਨਿਕਲੀ, ਕੂਕ ਨਿਕਲੀ ਵੀ ਇੰਨਾ ਲੰਮਾ ਸਮਾਂ ਇਹ ਪ੍ਰਮਾਤਮਾ ਤੇਰਾ ਤਾਪ ਕਰਦਿਆਂ, ਬੰਦਗੀ ਕਰਦਿਆਂ ਹੋ ਗਿਆ, ਪਰ ਤੇਰੀ ਪ੍ਰਾਪਤੀ ਕਿਉਂ ਨਹੀਂ ਹੋ ਰਹੀ। ਤਾਂ ਮੇਰੇ ਸਾਧ ਸੰਗਤ ਦੀ ਆਵਾਜ਼ ਆਈ ਸੀ ਵੀ ਜਿੰਨਾ ਚਿਰ ਤੱਕ ਗੁਰੂ ਨਹੀਂ ਧਾਰਨ ਕਰੋਗੇ ਉਹਨਾਂ ਚਿਰ ਤੱਕ ਮੇਰੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਫਿਰ ਬਾਬਾ ਫਰੀਦ ਸਾਹਿਬ ਜੀ ਨੇ ਸ਼ਾਹ ਸ਼ਰਫਤ ਜੀ ਨੂੰ ਗੁਰੂ ਧਾਰਨ ਕੀਤਾ ਸੀ। ਤਾਂ 12 ਸਾਲ ਸਾਧ ਸੰਗਤ ਦੀ ਸ਼ਾਹ ਸ਼ਰਫਤ ਜੀ ਦੀ ਬੜੀ ਸੇਵਾ ਕੀਤੀ ਬਾਬਾ ਫਰੀਦ ਸਾਹਿਬ ਜੀ ਨੇ।
ਉਹ ਵੀ ਭਜਨ ਆਪਾਂ ਪੜ੍ਹੇ ਨੇ ਉਹਨਾਂ ਦੇ ਸਲੋਕਾਂ ਦੇ ਵਿੱਚ, ਥੋੜ੍ਹਾ ਜਿਹਾ ਹੋਰ ਧਿਆਨ ਦੇ ਨਾਲ ਸੁਣਿਓ। ਜਦੋਂ ਸਾਧ ਸੰਗਤ ਜੀ 12ਵੇਂ ਸਾਲ ਦਾ ਅਖੀਰਲਾ ਦਿਨ ਸੀ ਨਾ, ਜਿੱਦਣ ਬਾਬਾ ਫਰੀਦ ਸਾਹਿਬ ਜੀ ਨੇ ਇਹ ਆਪਣੀ ਸੇਵਾ ਦੇ ਵਿੱਚੋਂ, ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਸੀ, ਤਾਂ ਉਦਣ ਪ੍ਰੀਖਿਆ ਵੀ ਬੜੀ ਕਠਿਨ ਸੀ। ਕਹਿਣ ਲੱਗੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਸਮੇਂ ਆਪਣੇ ਗੁਰੂ ਦਾ ਇਸ਼ਨਾਨ ਕਰਵਾਉਂਦੇ ਸਨ। ਜਲ ਨੂੰ ਗਰਮ ਕਰਨਾ, ਫਿਰ ਇਸ਼ਨਾਨ ਕਰਵਾਉਣਾ, ਸੇਵਾ ਕਰਨੀ, ਅਤੇ ਬਾਬਾ ਫਰੀਦ ਸਾਹਿਬ ਜੀ ਦੇ ਗੁਰੂ ਜੀ ਫਿਰ ਬੰਦਗੀ ਵਿੱਚ ਜੁੜ ਜਾਂਦੇ ਸਨ। ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ ਮਹਾਰਾਜ ਜੀ ਨੇ ਬੜਾ ਮਹਾਨ ਵਡਭਾਗਾ ਗਿਣਿਆ ਹੈ। ਤਾਂ ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਵੀ ਆਪਾਂ ਪੜ੍ਹਿਆ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀ ਵੰਦੜੋ ਮੋਇਓ ਹੈ, ਵੀ ਜਿਹੜੇ ਪਿਛਲੀ ਰਾਤ ਅੰਮ੍ਰਿਤ ਵੇਲੇ ਦੇ ਸਮੇਂ ਜਾਗਦੇ ਨਹੀਂ, ਉਹ ਤਾਂ ਜਿਉਂਦਿਆਂ ਮੁਰਦਿਆਂ ਦੇ ਸਮਾਨ ਹਨ। ਤਾਂ ਇਸ ਪ੍ਰਕਾਰ ਬਾਬਾ ਫਰੀਦ ਜੀ ਆਪਣੇ ਗੁਰੂ ਜੀ ਦਾ ਇਸ਼ਨਾਨ ਕਰਵਾਉਂਦੇ ਸਨ ਅੰਮ੍ਰਿਤ ਵੇਲੇ ਜਲ ਨੂੰ ਗਰਮ ਕਰਕੇ। ਕਹਿੰਦੇ ਸਾਧ ਸੰਗਤ ਜੀ, ਰਾਤ ਬਹੁਤ ਭਾਰੀ ਮੀਂਹ ਪਿਆ, ਬੜੀ ਬਰਸਾਤ ਹੋਈ, ਲੱਕੜਾਂ ਗਿੱਲੀਆਂ ਹੋ ਗਈਆਂ। ਤਾਂ ਜਿਵੇਂ ਪਹਿਲੀਆਂ ਮਾਈਆਂ ਜਿਵੇਂ ਅੱਗ ਲੁਕੋ ਕੇ ਰੱਖਦੀਆਂ ਸਨ, ਗੋਹੇ, ਉਹ ਲੱਕੜਾਂ ਦੇ ਵਿੱਚ ਹੀ ਅੱਗ ਲਗਾ ਕੇ ਰੱਖੀ ਜਾਂਦੀ ਸੀ। ਤਾਂ ਸਾਧ ਸੰਗਤ ਜੀ, ਉਹ ਲੱਕੜਾਂ ਗਿੱਲੀਆਂ ਹੋਣ ਕਰਕੇ ਅੱਗ ਸਾਰੀ ਬੁਝ ਗਈ। ਤਾਂ ਹੁਣ ਅੰਮ੍ਰਿਤ ਵੇਲੇ ਦੀ ਸੇਵਾ ਦਾ ਸਮਾਂ ਹੈ, 12ਵੇਂ ਸਾਲ ਦਾ ਅਖੀਰਲਾ ਦਿਨ ਹੈ। ਚਾਰੇ ਪਾਸੇ ਮੀਂਹ ਦੇ ਨਾਲ ਜਲ ਥਲ ਹੋਈ ਹੈ, ਸਾਰੇ ਪਾਸੇ ਪਾਣੀ ਖੜਾ ਹੈ। ਤਾਂ ਸੇਵਾ ਦੇ ਵਿੱਚ ਵੀ, ਨੇਮ ਦੇ ਵਿੱਚ ਵੀ ਫਰਕ ਨਹੀਂ ਪੈਣ ਦੇਣਾ, ਕਿਉਂਕਿ ਉਹ ਮਰਜ਼ਾਦਾ ਹੈ, ਨਿਭਾਉਣੀ ਹੈ। ਤਾਂ ਬਾਬਾ ਫਰੀਦ ਜੀ ਵੇਖਦੇ ਨੇ ਵੀ ਕਿਤੇ ਉਹ ਅੱਗ ਦਾ ਕੋਈ ਪ੍ਰਬੰਧ ਹੋਵੇ। ਸਾਧ ਸੰਗਤ ਜੀ, ਦੂਰ ਵੇਖਿਆ, ਸ਼ਹਿਰ ਤੋਂ ਬਾਰ-ਬਾਰ ਇੱਕ ਘਰ ਦੇ ਵਿੱਚ ਦੀਵਾ ਜਗਦਾ ਹੋਇਆ ਦਿਖਾਈ ਦਿੱਤਾ। ਬਾਬਾ ਫਰੀਦ ਸਾਹਿਬ ਜੀ ਗਏ ਨੇ, ਉਹ ਘਰ ਸਾਧ ਸੰਗਤ ਜੀ ਇੱਕ ਵੇਸਵਾ ਦਾ ਸੀ। ਬਾਬਾ ਫਰੀਦ ਸਾਹਿਬ ਜੀ ਨੇ ਜਾ ਕੇ ਉੱਥੋਂ ਤਾਂ ਅੱਗ ਮੰਗੀ ਹੈ। ਤਾਂ ਅੱਗ ਮੰਗੀ, ਜਦੋਂ ਕਹਿਣ ਲੱਗੇ ਆਪਣੇ ਗੁਰੂ ਦਾ ਇਸ਼ਨਾਨ ਕਰਾਉਣਾ, ਕਹਿੰਦੇ ਵੇਸਵਾ ਨੇ ਪਛਾਣ ਲਿਆ ਵੀ ਇਹ ਸ਼ਹਿਰ ਤੋਂ ਬਾਰ-ਬਾਰ ਫਕੀਰ ਨੇ, ਜਿਹੜੇ ਇਹ ਉਹ ਫਕੀਰ ਨੇ ਜਿਹੜੇ ਬਾਰ-ਬਾਰ ਰਹਿੰਦੇ ਹਨ। ਤਾਂ ਵੇਸਵਾ ਨੇ ਪਰਖਣ ਦੇ ਲਈ ਸਾਧ ਸੰਗਤ ਜੀ ਕਹਿ ਦਿੱਤਾ ਵੀ ਜੇ ਅੱਗ ਚਾਹੀਦੀ ਆ ਫਿਰ ਮੁੱਲ ਲੱਗੇਗਾ। ਤਾਂ ਕਹਿਣ ਲੱਗੇ ਵੀ ਤੁਹਾਨੂੰ ਕੀ ਚਾਹੀਦਾ? ਕਹਿਣ ਲੱਗੇ ਇੱਕ ਆਨਾ ਕੱਢ ਕੇ, ਅੱਖ ਕੱਢ ਕੇ ਦੇਣੀ ਪਵੇਗੀ। ਤਾਂ ਬਿਨਾਂ ਕਿਸੇ ਦੇਰੀ ਤੋਂ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਮੁਰਸ਼ਦ ਦੀ ਸੇਵਾ ਕਰਨ ਦੇ ਲਈ ਕਾਚੂ ਲੈ ਕੇ ਤਾਂ ਆਪਣੀ ਅੱਖ ਕੱਢ ਕੇ ਦੇ ਦਿੱਤੀ। ਕੱਢ ਕੇ ਆਨਾ ਜਿਹੜਾ ਸੀ ਵੇਸਵਾ ਦੇ ਹੱਥ 'ਤੇ ਰੱਖਿਆ, ਕਹਿਣ ਲੱਗੇ ਅੱਗ ਦੇ ਦੇਵੋ। ਤਾਂ ਹੁਣ ਸਾਧ ਸੰਗਤ ਜੀ, ਬਾਬਾ ਫਰੀਦ ਜੀ ਨੇ ਜਦੋਂ ਆਖੀ ਕੱਢ ਕੇ ਦੇ ਦਿੱਤੀ, ਫਿਰ ਵੇਸਵਾ ਡਰ ਗਈ ਵੀ ਇਹ ਤਾਂ ਬਹੁਤ ਪਹੁੰਚੀ ਹੋਈ ਰੂਹ ਹੈ। ਕਹਿਣ ਲੱਗੇ ਅੱਗ ਦਿੱਤੀ। ਬਾਬਾ ਫਰੀਦ ਜੀ ਨੇ ਉਹ ਬੁੱਕਲ ਦੇ ਵਿੱਚ ਲਕਾਈ। ਜਦੋਂ ਤੁਰਨ ਲੱਗੇ ਨੇ ਤਾਂ ਮੀਂਹ ਪੈ ਰਿਹਾ ਹੈ, ਗਲੀਆਂ ਦੇ ਵਿੱਚ ਵੀ ਜਲ ਖਲੋਤਾ ਹੈ। ਤਾਂ ਉਦੋਂ ਫਿਰ ਭਜਨ ਜਿਹੜੇ ਸਨ ਸਾਧ ਸੰਗਤ ਜੀ, ਬਾਬਾ ਫਰੀਦ ਜੀ ਨੇ ਇੱਥੇ ਉਚਾਰਨ ਕੀਤੇ ਹਨ। ਕਹਿੰਦੇ ਫਰੀਦਾ ਗਲੀਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੋ ਨੇਹੋ। ਕਹਿਣ ਲੱਗੇ ਹੁਣ ਇੱਥੋਂ ਮੁਰਸ਼ਦ ਦਾ ਘਰ ਬੜੀ ਦੂਰ ਹੈ, ਜੇ ਚੱਲਦਾ ਹਾਂ ਪਾਏ ਹੋਏ ਬਸਤਰ ਭਿੱਜ ਜਾਣਗੇ। ਗਲੀਆਂ ਦੇ ਵਿੱਚ ਵੀ ਚਿੱਕੜ ਹੈ। ਫਰੀਦਾ ਗਲੀਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਤਾਂ ਫਿਰ ਮਨ ਦੇ ਨਾਲ ਜਦੋਂ ਵਿਚਾਰ ਕੀਤੀ, ਸਲਾਹ ਕੀਤੀ, ਤੇ ਅਗਲਾ ਬਚਨ ਫਿਰ ਉਚਾਰਨ ਕਰ ਦਿੱਤਾ। ਕਹਿੰਦੇ ਭਿੱਜੋ ਸਿੱਜੋ ਕੰਬਲੀ, ਅੱਲ੍ਹਾਹ ਵਰਸੋ ਮੇਹੋ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਕਹਿੰਦੇ ਫਿਰ ਕੀ ਹੋ ਗਿਆ ਜੇ ਅੱਲਾ ਪਰਮਾਤਮਾ ਮੀਂਹ ਪਾ ਰਿਹਾ, ਬਸਤਰ ਭਿੱਜ ਜਾਣਗੇ, ਕੋਈ ਗੱਲ ਨਹੀਂ, ਭਾਵੇਂ ਤੰਗੀ ਆਵੇਗੀ ਰਸਤੇ ਦੇ ਵਿੱਚ, ਪਰ ਪਹੁੰਚਾਂਗਾ ਜ਼ਰੂਰ, ਆਪਣੇ ਨੇਹ ਨੂੰ, ਪ੍ਰੇਮ ਨੂੰ ਟੁੱਟਣ ਨਹੀਂ ਦੇਵਾਂਗਾ, ਸੇਵਾ ਦੇ ਵਿੱਚ ਫਰਕ ਨਹੀਂ ਪੈਣ ਦੇਵਾਂਗੇ। ਤਾਂ ਇੱਦਾਂ ਫਿਰ ਸਾਧ ਸੰਗਤ ਜੀ, ਧੰਨ ਬਾਬਾ ਫਰੀਦ ਸਾਹਿਬ ਜੀ ਉੱਥੋਂ ਅੱਗ ਲੈ ਕੇ
ਤਾਂ ਅੱਖ ਜਿਹੜੀ ਕੱਢ ਕੇ ਵੇਸਵਾ ਨੂੰ ਦਿੱਤੀ, ਉੱਪਰ ਪੱਟੀ ਬੱਧੀ ਹੋਈ ਸੀ। ਜਲ ਗਰਮ ਕੀਤਾ, ਆਪਣੇ ਗੁਰੂ ਜੀ ਦਾ ਇਸ਼ਨਾਨ ਕਰਾਇਆ। ਤਾਂ ਉਸ ਵਕਤ ਬਾਬਾ ਫਰੀਦ ਜੀ ਦੇ ਗੁਰੂ ਜੀ ਸਾਰੀ ਗੱਲ ਸਮਝ ਗਏ। ਤਾਂ ਕਹਿਣ ਲੱਗੇ, ਬਾਬਾ ਫਰੀਦ ਜੀ ਜਦੋਂ ਪੁੱਛਦੇ ਨੇ ਵੀ ਅੱਖ 'ਤੇ ਕੀ ਹੋਇਆ, ਤੇ ਕਹਿਣ ਲੱਗੇ ਜੀ ਅੱਖ ਆਈ ਹੈ। ਜਿਵੇਂ ਸਾਧ ਸੰਗਤ ਦੀ ਆਮ ਬੋਲੀ ਦੇ ਵਿੱਚ ਆਪਾਂ ਕਹਿ ਦਿੰਦੇ, ਜਦੋਂ ਅੱਖ ਖਰਾਬ ਹੋਵੇ ਤੇ ਕਹਿੰਦੇ ਅੱਖ ਆਈ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਅੱਖ ਆਈ ਹੈ। ਕਹਿਣ ਲੱਗੇ ਫਿਰ ਦੱਸੋ ਵੱਡੀ ਆਵੇ ਕਿ ਛੋਟੀ ਆਵੇ ਜਾਂ ਓਡੀ ਆਵੇ? ਤਾਂ ਕਹਿਣ ਲੱਗੇ ਨਹੀਂ ਮਹਾਰਾਜ, ਖੁਦਾ ਦੀ ਪਰਮਾਤਮਾ ਦੀ ਬਰਾਬਰਤਾ ਨਹੀਂ ਕਰਨੀ ਚਾਹੀਦੀ, ਭਾਵੇਂ ਥੋੜ੍ਹੀ ਛੋਟੀ ਆ ਜਾਵੇ। ਤਾਂ ਬਾਬਾ ਫਰੀਦ ਜੀ ਦੇ ਗੁਰੂ ਜੀ ਨੇ ਖੁਸ਼ ਹੋ ਕੇ ਇਹ ਕਿਰਪਾ ਕੀਤੀ। ਜਦੋਂ ਪੱਟੀ ਖੋਲ੍ਹੀ ਤਾਂ ਸਾਧ ਸੰਗਤ ਜੀ ਉਹ ਅੱਖ ਫੇਰ ਸਲਾਮਤ ਸੀ, ਪਰ ਥੋੜ੍ਹੀ ਜਿਹੀ ਛੋਟੀ ਸੀ। ਤਾਂ ਇਸੇ ਪ੍ਰਕਾਰ ਵਚਨ ਕਰ ਦਿੱਤਾ ਵੀ ਜੋ ਵੀ ਤੁਹਾਡੀ ਵੰਸ਼ ਦੇ ਵਿੱਚ ਅੱਗੇ ਪੈਦਾ ਹੋਣਗੇ, ਉਹਨਾਂ ਦੀ ਇੱਕ ਅੱਖ ਥੋੜ੍ਹੀ ਛੋਟੀ ਰਹੇਗੀ। ਤਾਂ ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਨੇ 48 ਸਾਲ ਦਾ ਲੰਮਾ ਸਮਾਂ ਬਹੁਤ ਭਾਰੀ ਬੰਦਗੀ ਕਰਕੇ ਸੋ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਇਹ ਮਹਾਨ ਪਾਵਨ ਜਿਹੜੇ ਅੰਮ੍ਰਿਤ ਸਲੋਕ ਨੇ ਬਾਬਾ ਫਰੀਦ ਸਾਹਿਬ ਜੀ ਦੇ, ਉਹਨਾਂ ਨੂੰ ਗੁਰਬਾਣੀ ਦਾ ਰੂਪ ਦਿੱਤਾ ਹੈ। ਅੱਜ ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਹਾਂ, ਅਤੇ ਬਾਬਾ ਫਰੀਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੀ ਸਾਡਾ ਸੀਸ ਨਿਵਦਾ ਹੈ, ਝੁਕਦਾ ਹੈ। ਸੋ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੇ ਜਿਹੜੇ ਬਚਨ ਆਪਾਂ ਪੜ੍ਹੇ ਸੁਣੇ ਨੇ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀ ਵੰਦੜੋ ਮੋਏ ਓਹੇ। ਸੋ ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਨੇ ਵੀ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਹੈ ਕਿ ਅੰਮ੍ਰਿਤ ਵੇਲੇ ਜਾ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ, ਇਹਦੇ ਨਾਲ ਹੀ ਮਨੁੱਖਾ ਜੀਵਨ ਦਾ ਲਾਹਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਅੱਗੇ ਪਾਠ ਆਰੰਭ ਹੋਣ ਲੱਗੇ ਹਨ, ਆਪ ਸਰਬੱਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਪੋਥੀਆਂ ਸਾਹਿਬ ਜੀ ਦੀ ਤਾਬਿਆ ਸੱਜਣ ਦੀ ਕਿਰਪਾਲਤਾ ਕਰੋ। ਔਰ 1385 ਅੰਗ ਤੋਂ ਅੱਗੇ ਜੋ ਗੁਰਬਾਣੀ ਦੇ ਪਾਠ ਆਰੰਭ ਹੋਣੇ ਨੇ, ਸਤਿਕਾਰਯੋਗ ਮਹਾਂਪੁਰਖ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਪਹੁੰਚ ਚੁੱਕੇ ਨੇ। ਆਓ ਬੜੇ ਪ੍ਰੇਮ ਦੇ ਨਾਲ ਪਾਠ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।